ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਭਾਗ ਦੂਜਾ। ਲੇਖਕ ਸਰਦਾਰ ਮਹਿੰਦਰ ਸਿੰਘ ਜੋਸ਼, ਆਵਾਜ਼ ਸੰਦੀਪ ਸਿੰਘ ਖਾਲੜਾ। ਸੋ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਵਾ ਦੇਣ ਵਿੱਚ ਸਭ ਤੋਂ ਵੱਧ ਖੁਸ਼ੀ ਕੱਟੜ, ਤੰਗ ਦਿਲ ਅਤੇ ਮੁਤੱਸਬੀ ਮੁਸਲਮਾਨਾਂ ਦੇ ਇੱਕਮਾਤਰ ਆਗੂ ਸ਼ੇਖ ਅਹਿਮਦ ਸਰਹੰਦੀ ਨੂੰ ਹੀ ਹੋਣੀ ਸੀ। ਇਹ ਖੁਸ਼ੀ ਉਸਨੇ ਲੁਕੋ ਕੇ ਨਹੀਂ ਰੱਖੀ। ਮਕਤੂਬਾ ਤੇ ਇਮਾਮ ਰਬਾਨੀ ਦੀ ਚਿੱਠੀ ਨੰਬਰ 193 ਜੋ ਉਸਨੇ ਆਪਣੇ ਸਭ ਤੋਂ ਮੁਖੀ ਚੇਲੇ ਸ਼ੇਖ ਬੁਖਾਰੀ ਨੂੰ ਲਿਖੀ ਸੀ, ਦੀ ਬੋਲੀ ਵਿੱਚ ਅਤੇ ਮਸਾਲਾ ਉਸ ਦੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉੱਤੇ ਮਹਿਸੂਸ ਕੀਤੀ ਬੇਹੱਦ ਖੁਸ਼ੀ ਦੇ ਨਾਲ ਉਸ ਦੀਆਂ ਉਪਰੋਕਤ ਬਿਆਨ ਕੀਤੀਆਂ ਜ਼ਾਤੀ ਰੁਚੀਆਂ ਤੇ ਰੁਝਾਨਾਂ ਦਾ ਜਿਉਂਦਾ ਜਾਗਦਾ ਪ੍ਰਮਾਣ ਹੈ। ਗੋਇੰਦਵਾਲ ਦੇ ਇਸ ਭ੍ਰਿਸ਼ਟ ਕਾਫਰ ਗੁਰੂ ਅਰਜਨ ਦੇਵ ਜੀ ਬਾਰੇ ਉਹ ਲਿਖਦਾ ਹੈ, ਦੀ ਮੌਤ ਸਾਡੀ ਇੱਕ ਬੜੀ ਵੱਡੀ ਪ੍ਰਾਪਤੀ ਅਤੇ ਜਿੱਤ ਹੈ ਅਤੇ ਇਸ ਨਾਲ ਘਿਰਨਤ ਹਿੰਦੂਆਂ ਨੂੰ ਵੀ ਇੱਕ ਵੱਡੀ ਅਤੇ ਜਲਾਲਤ ਭਰੀ ਹਾਰ ਹੋਈ ਹੈ। ਭਾਵੇਂ ਉਸ ਨੂੰ ਕਿਸੇ ਤਰ੍ਹਾਂ ਮਾਰਿਆ ਗਿਆ, ਕਿਸੇ ਕਾਰਨ ਅਤੇ ਕਿਸੇ ਬਹਾਨੇ ਨਾਲ ਖਤਮ ਕੀਤਾ ਗਿਆ, ਇਸ ਨਾਲ ਸਮੂਹ ਕਾਫਰਾਂ ਦਾ ਭਾਰੀ ਹਾਨੀ ਹੋਈ ਹੈ ਅਤੇ ਸਮੂਹ ਮੁਸਲਮਾਨਾਂ ਲਈ ਇਹ ਬੜੇ ਫਾਇਦੇ ਅਤੇ ਵਾਧੇ ਦੀ ਘਟਨਾ ਹੈ। ਇਹ ਕਾਫਰ ਗੁਰੂ ਅਰਜਨ ਦੇਵ ਜੀ ਦੇ ਬਾਰੇ ਲਿਖਦਾ ਹੈ, ਦੇ ਕਾਤਲ ਹੋਣ ਤੋਂ ਪਹਿਲਾਂ ਮੈਨੂੰ ਇੱਕ ਬੜਾ ਚੰਗਾ ਸੁਪਨਾ ਵੀ ਆਇਆ ਸੀ, ਜਿਸ ਵਿੱਚ ਮੈਂ ਤੱਕਿਆ ਸੀ ਕਿ ਬਾਦਸ਼ਾਹ ਜਹਾਂਗੀਰ ਨੇ ਕੁਫਰ ਦਾ ਸਿਰ ਕੁਚਲ ਦਿੱਤਾ ਹੈ। ਇਸ ਵਿੱਚ ਸ਼ੱਕ ਹੀ ਨਹੀਂ ਕਿ ਇਹ ਕਾਫਰ ਧਰਮਹੀਣੇ ਲੋਕਾਂ ਦਾ ਸਿਰਮੌਰ ਤੇ ਕਾਫਰਾਂ ਦਾ ਵੱਡਾ ਮੁਖੀ ਸੀ। ਮਕਤੂਬਾ ਤੇ ਇਮਾਮੇ ਰਬਾਨੀ ਦੀ ਉਪਰੋਕਤ ਚਿੱਠੀ ਨੰਬਰ 193 ਤੋਂ ਤਾਂ ਸਾਰੀ ਗੱਲ ਸਪਸ਼ਟ ਹੀ ਹੋ ਪਈ ਹੈ। ਇਸ ਚਿੱਠੀ ਤੋਂ ਹੇਠ ਲਿਖੀਆਂ ਸਚਾਈਆਂ ਉੱਤੋਂ ਪੂਰੀ ਤਰ੍ਹਾਂ ਪਰਦਾ ਚੁੱਕਿਆ ਗਿਆ ਹੈ, ਜਿਸ ਦੇ ਆਧਾਰ ਉੱਤੇ ਪੰਜਾਬ ਦੇ ਇਤਿਹਾਸ ਵਿੱਚ ਉਭਰੀ ਹੋਈ ਤੇ ਦੀਰਘ ਸਮੇਂ ਤੱਕ ਚਾਲੂ ਰਹੀ ਸਿੱਖ ਜੱਦੋ-ਜਹਿਦ ਦਾ ਪਿਛੋਕੜ ਸਮਝਣ ਵਿੱਚ ਕੋਈ ਭੁਲੇਖਾ ਬਾਕੀ ਨਹੀਂ ਰਹਿ ਜਾਂਦਾ। ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹਾਦਤ ਦੇ ਪਿੱਛੇ ਇੱਕ ਵੱਡੀ ਦੁਸ਼ਟ ਆਤਮਾ ਸ਼ੇਖ ਅਹਿਮਦ ਨੇ ਹੀ ਕੰਮ ਕੀਤਾ ਹੈ। ਇਹ ਸ਼ੇਖ ਅਹਿਮਦ ਪੁੱਜ ਕੇ ਕੱਟੜ, ਫਿਰਕਾ ਪ੍ਰਸਤ, ਤੰਗ ਦਿਲ ਤੇ ਈਰਖਾਲੂ ਸੀ। ਸ਼ੇਖ ਅਹਿਮਦ ਦਾ ਇੱਕਮਾਤਰ ਨਿਸ਼ਾਨਾ ਸਾਰੇ ਹਿੰਦ ਵਿੱਚ ਇੱਕ ਛਤਰ ਇਸਲਾਮ ਦਾ ਆਪਣੇ ਢੰਗ ਨਾਲ ਪ੍ਰਚਾਰ ਕਰ ਦੇਣਾ ਸੀ। ਸ਼ੇਖ ਅਹਿਮਦ ਦੇ ਅਨੁਸਾਰ ਹੋਰ ਕਿਸੇ ਮਤ ਨੂੰ ਜਿੰਦਾ ਰਹਿਣ ਦੇਣਾ ਵੀ ਇਸਲਾਮੀ ਸਿਧਾਂਤਾਂ ਦੇ ਸਖਤ ਖਿਲਾਫ ਸੀ। ਗੁਰੂ ਅਰਜਨ ਪਾਤਸ਼ਾਹ ਸ਼ੇਖ ਦੇ ਇਸ ਸੁਪਨੇ ਨੂੰ ਸਾਕਾਰ ਨਹੀਂ ਸੀ ਹੋਣ ਦੇ ਰਹੇ। ਐਸਾ ਸ਼ੇਖ ਦਾ ਦ੍ਰਿੜ ਵਿਸ਼ਵਾਸ ਬਣਿਆ ਪਿਆ ਸੀ। ਸਿੱਖ ਮਤ ਦੇ ਪ੍ਰਚਾਰ ਦਾ ਇਤਿਹਾਸ ਅਤੇ ਤੁਜ਼ਕੇ ਜਹਾਂਗੀਰੀ ਦਾ ਹਵਾਲਾ ਗੁਰੂ ਅਰਜਨ ਪਾਤਸ਼ਾਹ ਦਾ ਸਰਬ ਵਿਆਪਕ ਡੂੰਘਾ ਪ੍ਰਭਾਵ ਸਪਸ਼ਟ ਹੀ ਜ਼ਾਹਰ ਕਰਦੇ ਹਨ। ਸਿੱਖ ਲਹਿਰ ਦਾ ਭਰਪੂਰ ਵਾਧਾ ਅਤੇ ਇਸ ਕਾਰਨ ਸ਼ੇਖ ਅਹਿਮਦ ਦੀ ਇਸਲਾਮੀ ਪ੍ਰਚਾਰ ਦੀ ਲਹਿਰ ਵਿੱਚ ਪੈ ਚੁੱਕੀ ਭਾਰੀ ਰੁਕਾਵਟ ਹੀ ਦਰ ਹਕੀਕਤ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹਾਦਤ ਦਾ ਮੂਲ ਕਾਰਨ ਸੀ। ਗੁਰੂ ਅਰਜਨ ਦੇਵ ਜੀ ਅਤੇ ਉਹਨਾਂ ਦੀ ਸਿੱਖ ਲਹਿਰ ਦਾ ਟਾਕਰਾ ਕਰਨ ਵਿੱਚ ਨਾਕਾਮਯਾਬੀ ਹੋ ਜਾਣ ਕਾਰਨ ਸ਼ੇਖ ਵੱਲੋਂ ਗੁਰੂ ਜੀ ਉੱਤੇ ਬੇਬੁਨਿਆਦ ਤੁਹਮਤਾਂ, ਸਾਜ਼ਿਸ਼ਾਂ ਤੇ ਬਹਾਨੇ ਘੜਨ ਦੀ ਸੱਚਾਈ ਵੀ ਉਪਰੋਕਤ ਚਿੱਠੀ ਤੋਂ ਉਗੜ ਪੈਂਦੀ ਹੈ ਅਤੇ ਇਹਨਾਂ ਸਾਜ਼ਿਸ਼ਾਂ ਤੇ ਬਹਾਨਿਆਂ ਦਾ ਆਸਰਾ ਲੈ ਕੇ ਹੀ, ਜਿਵੇਂ ਕਿ ਅਸੀਂ ਪਹਿਲੇ ਹੀ ਵਿਸਥਾਰ ਨਾਲ ਬਿਆਨ ਕਰ ਚੁੱਕੇ ਹਾਂ, ਸ਼ੇਖ ਅਹਿਮਦ ਨੇ ਗੁਰੂ ਅਰਜਨ ਦੇਵ ਜੀ ਨੂੰ ਰਾਜ ਸ਼ਕਤੀ ਦੀ ਪ੍ਰਕੋਪੀ ਦਾ ਸ਼ਿਕਾਰ ਬਣਾਉਣ ਦੀ ਵਿਉਂਤ ਬਣਾਈ ਸੀ। ਆਪਣੀ ਇਸ ਨਾਪਾਕ ਵਿਉਂਤ ਦੀ ਸਫਲਤਾ ਹੋ ਜਾਣ ਤੇ ਸ਼ੇਖ ਅਹਿਮਦ ਨੇ ਬੇਬਹਾ ਖੁਸ਼ੀ ਮਹਿਸੂਸ ਕੀਤੀ, ਜਿਸ ਦਾ ਕਾਰਨ ਸਿਰਫ ਉਸ ਦੇ ਹਿਰਦੇ ਵਿੱਚ ਲਟ-ਲਟ ਬਲਦੀ ਗੁਰੂ ਜੀ ਪ੍ਰਤੀ ਈਰਖਾ ਦੀ ਅੱਗ ਹੀ ਸੀ। ਪਿੱਛੇ ਬਿਆਨ ਕੀਤੇ ਜਾ ਚੁੱਕੇ ਵਿਸਥਾਰ ਤੋਂ
ਸਿੱਧ ਹੋ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿੱਚ ਮੁੱਖ ਰੋਲ ਸ਼ੇਖ ਅਹਿਮਦ ਸਰਹੰਦੀ ਦਾ ਹੈ। ਸ਼ੇਖ ਅਹਿਮਦ ਨੇ ਆਪਣੀ ਇਸ ਨਾਪਾਕ ਸਾਜ਼ਿਸ਼ ਅਤੇ ਨਾਪਾਕ ਇਰਾਦਿਆਂ ਦੀ ਕਾਮਯਾਬੀ ਲਈ ਸ਼ੇਖ ਫਰੀਦ ਬੁਖਾਰੀ ਮੁਰਤਜ਼ਾ ਖਾਨ ਨੂੰ ਵਰਤਿਆ। ਸ਼ੇਖ ਫਰੀਦ ਬੁਖਾਰੀ ਨੂੰ ਇਸ ਲਈ ਸ਼ੇਖ ਅਹਿਮਦ ਨੇ ਸਮੂਹ ਕੱਟੜ ਤੇ ਜਨੂਨੀ ਮੁਸਲਮਾਨ ਚੇਲਿਆਂ ਨੇ ਭਰਵਾਂ ਸਾਥ ਦਿੱਤਾ ਹੈ। ਬਾਦਸ਼ਾਹ ਜਹਾਂਗੀਰ ਨੇ ਵੀ ਗੁਰੂ ਸਾਹਿਬ ਦੀ ਸ਼ਹਾਦਤ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਇਸ ਰੋਲ ਦਾ ਮੂਲ ਕਾਰਨ ਸ਼ੇਖ ਫਰੀਦ ਬੁਖਾਰੀ ਅਤੇ ਉਸ ਦੇ ਹਿਮਾਇਤੀ ਤੰਗ ਦਿਲ ਜਨੂਨੀ ਮੁਸਲਮਾਨ ਹੀ ਹਨ, ਜਿਨ੍ਹਾਂ ਦੀ ਮਦਦ ਬਿਨਾਂ ਜਹਾਂਗੀਰ ਦਾ ਤਖਤ ਉੱਤੇ ਬੈਠ ਸਕਣਾ ਨਾਮੁਮਕਿਨ ਜਿਹੀ ਗੱਲ ਸੀ। ਬਾਦਸ਼ਾਹ ਜਹਾਂਗੀਰ ਨੂੰ ਗੁਰੂ ਸਾਹਿਬ ਉੱਤੇ ਇੱਕੋ ਵਾਰ ਹੀ ਜ਼ਬਰਦਸਤ ਮਾਰੂ ਹੁਕਮ ਚੜਾ ਦੇਣ ਲਈ ਤਿਆਰ ਕਰਨ ਹਿੱਤ ਖੁਸਰੋ ਦੀ ਮਦਦ ਦਾ ਬੇਬੁਨਿਆਦ ਕਿੱਸਾ ਸ਼ੇਖ ਅਹਿਮਦ ਸਰਹੰਦੀ ਅਤੇ ਬੁਖਾਰੀ ਦੀ ਰਲਵੀਂ ਸਾਜ਼ਿਸ਼ ਦਾ ਸਿੱਟਾ ਹੀ ਸੀ। ਸ਼ੇਖ ਅਹਿਮਦ ਸਰਹੰਦੀ, ਸ਼ੇਖ ਫਰੀਦ ਬੁਖਾਰੀ ਤੰਗ ਦਿਲ ਜਨੂਨੀ ਮੁਸਲਮਾਨਾਂ ਅਤੇ ਜਹਾਂਗੀਰ ਦੇ ਰੋਲ ਪਿੱਛੋਂ ਕੁਝ ਹੋਰ ਮਹਾਨ ਵਿਭੂਤੀਆਂ ਦੇ ਰੋਲ ਦੀ ਚਰਚਾ ਕਰਨੀ ਵੀ ਬਹੁਤ ਜ਼ਰੂਰੀ ਹੈ, ਜਿਨ੍ਹਾਂ ਨੇ ਆਪਣੇ ਜ਼ਲੀਲਤਰ ਅਤੇ ਮਨੁੱਖਤਾ ਤੋਂ ਗਿਰੇ ਤੌਰ ਤਰੀਕੇ ਵਰਤ ਕੇ ਆਪਣੇ ਵਿੱਤ ਮੂਜਬ ਗੁਰੂ ਅਰਜਨ ਪਾਤਸ਼ਾਹ ਅਤੇ ਉਹਨਾਂ ਦੀ ਸਿੱਖੀ ਲਹਿਰ ਦੀ ਮੁਖਾਲਫਤ ਕਰਨ ਦੀਆਂ ਕਮੀਨੀਆਂ ਹਰਕਤਾਂ ਕੀਤੀਆਂ। ਹਥਲੇ ਮਜਮੂਨ ਦੇ ਪ੍ਰਸੰਗ ਦੀਆਂ ਇਹਨਾਂ ਹਸਤੀਆਂ ਬਾਰੇ ਕੁਝ ਕੁ ਪ੍ਰਕਾਸ਼ ਪਾਉਣਾ ਬਹੁਤ ਜ਼ਰੂਰੀ ਭਾਸਦਾ ਹੈ। ਬ੍ਰਾਹਮਣੀ ਮਤ ਹਿੰਦੁਸਤਾਨ ਦਾ ਬਹੁਤ ਪੁਰਾਣਾ ਅਤੇ ਪ੍ਰਭਾਵਸ਼ਾਲੀ ਮਤ ਹੈ। ਇਸ ਮਤ ਦੇ ਕਈ ਮੂਲ ਸਿਧਾਂਤ ਬੜੇ ਸਦੀਵਕਾਲੀ ਅਤੇ ਪਾਏਦਾਰ ਹਨ। ਆਤਮਿਕ ਤੱਤਾਂ ਦੀ ਖੋਜ ਦੀ ਵੀ ਕਈ ਥਾਈਂ ਚੰਗੀ ਝਲਕ ਮਿਲਦੀ ਹੈ। ਕੁਝ ਕੁ ਜੀਵਨ ਵਾਲੇ ਬੰਦੇ ਵੀ ਇਸ ਮਤ ਵਿੱਚ ਜ਼ਰੂਰ ਹੋ ਗੁਜ਼ਰੇ ਹਨ, ਪਰ ਇਸ ਮਤ ਵਿੱਚ ਆਰੰਭ ਤੋਂ ਹੀ ਕੁਝ ਐਸੇ ਧਰਮ ਵਿਰੋਧੀ ਤੱਤ ਦਾਖਲ ਹੋ ਗਏ ਸਨ, ਜੋ ਵੱਧਦੇ ਐਸੀ ਸ਼ਕਲ ਅਖਤਿਆਰ ਕਰ ਗਏ ਕਿ ਹਰ ਨਿਰਪੱਖ ਸੂਝਵਾਨ ਵਿਅਕਤੀ ਇਸ ਮਤ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਣ ਲੱਗ ਪਿਆ ਸੀ। ਜ਼ਾਤ ਪਾਤ ਅਤੇ ਵਰਨ ਵਿਵਸਥਾ ਦੇ ਆਧਾਰ ਤੇ ਊਚ ਨੀਚ ਦਾ ਭੇਦ ਭਾਵ ਖੜਾ ਕਰਕੇ ਇਸ ਮਤ ਨੇ ਮਨੁੱਖੀ ਸਮਾਜ ਵਿੱਚ ਬੜਾ ਉਪੱਦਰ ਮਚਾ ਦਿੱਤਾ ਸੀ। ਧਰਮ ਵਿੱਚ ਪਖੰਡ ਜਾਲ ਦਾ ਐਸਾ ਪਸਾਰਾ ਪਸਾਰ ਦਿੱਤਾ ਗਿਆ ਕਿ ਪਾਪ ਅਤੇ ਅਧਰਮ ਦੀ ਆਤਮਾ ਵੀ ਕੰਬ ਉੱਠੀ। ਬ੍ਰਾਹਮਣ ਸ਼੍ਰੇਣੀ ਨੇ ਅਜੀਬ ਰਸਮਾਂ ਰੀਤਾਂ ਅਤੇ ਸੰਸਕਾਰਾਂ ਅੱਡ ਜ਼ਾਤਾਂ ਉੱਤੇ ਧਰਮ ਦੇ ਨਾਮ ਉੱਤੇ ਲੱਦ ਦਿੱਤੇ, ਜਿਸ ਨਾਲ ਬ੍ਰਾਹਮਣ ਨੂੰ ਵੱਧ ਤੋਂ ਵੱਧ ਧਨ ਦਾਨ ਦੇ ਰੂਪ ਵਿੱਚ ਬਿਨਾਂ ਮਿਹਨਤ ਮਸ਼ੱਕਤ ਕਰਨ ਦੇ ਹੀ ਮਿਲ ਜਾਂਦਾ ਸੀ। ਕੇਵਲ ਜਨਮ, ਵਿਦਿਆ, ਵਿਆਹ ਸ਼ਾਦੀ ਅਤੇ ਮੌਤ ਨਾਲ ਸੰਬੰਧਿਤ ਸੰਸਕਾਰ ਹੀ ਬ੍ਰਾਹਮਣ ਨੇ ਆਪਣੇ ਲਾਭ ਹਿੱਤ ਇਜਾਦ ਨਹੀਂ ਸਨ ਕੀਤੇ, ਬਲਕਿ ਮਰਨ ਉਪਰੰਤ ਵਰੀਨੇ ਅਤੇ ਸ਼ਰਾਧਾਂ ਦਾ ਜੂਲਾ ਵੀ ਆਪਣੇ ਪੈਰੋਕਾਰਾਂ ਦੀ ਗਰਦਨ ਉੱਤੇ ਪੱਕੀ ਤਰ੍ਹਾਂ ਧਰ ਦਿੱਤਾ ਸੀ, ਤਾਂ ਕਿ ਬ੍ਰਾਹਮਣ ਭਾਊ ਦਾ ਹਲਵਾ ਮੰਡਾ ਭਲੀ ਭਾਂਤ ਤੁਰਦਾ ਰਹੇ। ਉਸ ਨੇ ਆਪਣੇ ਲਈ ਅਤੇ ਆਪਣੀ ਸੰਤਾਨ ਲਈ ਹਰਾਮ ਦੀ ਬੇਬਹਾ ਕਮਾਈ ਨੂੰ ਜਾਇਜ਼ ਅਤੇ ਧਰਮ ਅਨੁਕੂਲ ਸਾਬਤ ਕਰਨ ਲਈ ਬੜੀਆਂ ਅਨੋਖੀਆਂ ਦਲੀਲਾਂ ਦਾ ਪ੍ਰਚਾਰ ਕੀਤਾ। ਭਗਤ ਕਬੀਰ ਵਰਗੇ ਮਹਾਂਪੁਰਖਾਂ ਦੀ ਆਤਮਾ ਵੀ ਇਸ ਦੁਸ਼ਟ ਰਸਤੇ ਤੇ ਪ੍ਰਚਾਰਕਾਂ ਦੇ ਜਾਲ ਨੂੰ ਵੇਖ ਕੇ ਕੁਰਲਾ ਉੱਠੀ। ਹਮ ਗੋਰੂ ਤੁਮ ਗੁਆਰ ਗੁਸਾਈ, ਜਨਮ ਜਨਮ ਰਖਵਾਰੇ, ਕਬਹੂ ਨਾ ਪਾਰ ਉਤਾਰ ਚੁਰਾਇਓ, ਕੈਸੇ ਖਸਮ ਹਮਾਰੇ। ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਾ, ਬ੍ਰਾਹਮਣੀ ਮਤ ਦਾ ਪਾਜ ਉਘੇੜਨ ਵਾਲਾ ਅਤੇ ਸਮੂਹ ਜਨ ਸਮਾਜ ਨੂੰ ਬ੍ਰਾਹਮਣ ਦੇ ਪਖੰਡ ਜਾਲ ਵਿੱਚੋਂ ਕੱਢਣ ਵਾਲਾ ਹਰ ਵਿਅਕਤੀ ਤੇ ਹਰ ਮਹਾਂਪੁਰਖ ਬ੍ਰਾਹਮਣ ਭਾਈ ਦੀ ਕਰੋਪੀ ਦਾ ਕਾਰਨ ਬਣਦਾ ਸੀ। ਪਤਾ ਨਹੀਂ ਕਿੰਨੇ ਮਤ ਬ੍ਰਾਹਮਣ ਦੇ ਡੂੰਘੇ ਢਿੱਡ ਵਿੱਚ ਇਸ ਦੇ ਖਤਰਨਾਕ ਇਰਾਦਿਆਂ ਅਤੇ ਤੌਰ ਤਰੀਕਿਆਂ ਦੇ ਫਲਸਰੂਪ ਜਾ ਸਮਾਏ। ਬੁੱਧ ਮਤ ਨੂੰ ਹਿੰਦੁਸਤਾਨ ਵਿੱਚੋਂ ਨੇਸਤੋ ਨਾਬੂਦ ਕਰ ਦੇਣ ਦੀ ਮਿਸਾਲ ਤਾਂ
ਜਗਤ ਪ੍ਰਸਿੱਧ ਹੈ। ਜਦ ਸਿੱਖ ਮੱਤ ਨੇ ਧਰਮ ਸੰਬੰਧੀ ਅੱਡ ਅੱਡ ਮਜ਼ਮੂਨਾਂ ਉੱਤੇ ਆਪਣਾ ਦਲੀਲ ਭਰਪੂਰ ਦ੍ਰਿਸ਼ਟੀਕੋਣ ਰੱਖਿਆ ਤਾਂ ਬ੍ਰਾਹਮਣ ਦੇ ਫੈਲਾਏ ਜਾਲ ਵਿੱਚੋਂ ਲੋਕੀ ਧੜਾ ਧੜ ਨਿਕਲਣ ਲੱਗੇ। ਰੱਬ ਦਾ ਸਹੀ ਸਰੂਪ ਸਮਝਾ ਕੇ ਮੂਰਤੀ ਪੂਜਾ ਤੋਂ ਲੋਕਾਂ ਦਾ ਛੁਟਕਾਰਾ ਕਰਾਇਆ। ਤੀਰਥ ਯਾਤਰਾਵਾਂ ਅਤੇ ਭਿੰਨ ਭਿੰਨ ਦਰਿਆਵਾਂ ਦੇ ਇਸ਼ਨਾਨਾਂ ਦੀ ਥਾਂ ਰੱਬ ਨਾਲ ਸੱਚਾ ਪਿਆਰ, ਮਨ ਅਤੇ ਕਿਰਦਾਰ ਦੀ ਪਾਕੀਜ਼ਗੀ, ਨੇਕੀ ਅਤੇ ਪਰੋਕਾਰ ਦੀ ਭਾਵਨਾ ਹੀ ਪ੍ਰਭੂ ਪ੍ਰਾਪਤੀ ਦਾ ਰਸਤਾ ਦੱਸਿਆ ਗਿਆ। ਜ਼ਾਤ ਪਾਤ ਦੀ ਕਾਣੀ ਵੰਡ ਦੀ ਥਾਂ ਸਮੂਹ ਮਨੁੱਖ ਜਾਤੀ ਨੂੰ ਇੱਕ ਪੱਧਰ ਦਾ ਭਾਈ ਬਣਾਇਆ। ਸੂਤਕ ਪਾਤਕ, ਵਰਤ, ਯੱਗ, ਹੋਮ, ਮੰਤਰ ਤੰਤਰ, ਸੰਗਰਾਂਦ, ਮੱਸਿਆ, ਮੁਹੂਰਤ, ਸ਼ਗਨ, ਅਪਸ਼ਗਨ ਅਤੇ ਫਜ਼ੂਲ ਸੰਸਕਾਰਾਂ ਤੋਂ ਲੋਕਾਂ ਦਾ ਸਿੱਖ ਧਰਮ ਨੇ ਪੱਕਾ ਛੁਟਕਾਰਾ ਕਰਵਾਉਣ ਦਾ ਅਸਰ ਭਰਪੂਰ ਉਪਰਾਲਾ ਕੀਤਾ। ਬ੍ਰਾਹਮਣ ਦੇ ਸ਼ਰਧਾਲੂਆਂ ਦੀ ਗਿਣਤੀ ਤੇਜ਼ੀ ਨਾਲ ਘਟਣ ਲੱਗੀ ਅਤੇ ਉਸ ਦੀ ਆਮਦਨੀ ਜੋ ਉਹ ਵਿਹਲੇ ਬੈਠ ਕੇ ਕਮਾ ਰਿਹਾ ਸੀ ਉੱਤੇ ਵੀ ਕਰਾਰੀ ਸੱਟ ਵੱਜੀ। ਬ੍ਰਾਹਮਣ ਕਦੀ ਵੀ ਦਲੇਰ ਜਾਂ ਸੂਰਬੀਰ ਨਹੀਂ ਸੀ। ਇਹ ਆਪਣੀ ਦੀਰਘ ਕੁਟਲ ਦ੍ਰਿਸ਼ਟੀ ਅਤੇ ਕੁਚਾਲਾਂ ਚੱਲ ਚੱਲ ਕੇ ਆਪਣੇ ਵਿਰੋਧੀਆਂ ਦਾ ਨੁਕਸਾਨ ਕਰਨ ਦਾ ਕਾਇਲ ਸੀ। ਜਿਸ ਮਤ ਦਾ ਵੀ ਨੁਕਸਾਨ ਕਰਨਾ ਹੋਵੇ ਜਾਂ ਤਾਂ ਉਸ ਮਤ ਦਾ ਰਾਜ ਬਲ ਨਾਲ ਟਕਰਾਓ ਕਰਵਾ ਦੇਣਾ ਜਾਂ ਉਸ ਵਿਰੁੱਧ ਦੂਜੇ ਮਤ ਵਾਲਿਆਂ ਦੇ ਕੰਨ ਭਰਨੇ ਅਤੇ ਝਗੜਾ ਬਖੇੜਾ ਪੈਦਾ ਕਰ ਦੇਣਾ, ਜਾਂ ਫਿਰ ਉਸ ਮਤ ਵਿਸ਼ੇਸ਼ ਨੂੰ ਮੰਨਣ ਵਾਲਿਆਂ ਵਿੱਚ ਫੁੱਟ ਪਵਾ ਕੇ ਉਸ ਨੂੰ ਖਤਮ ਕਰ ਦੇਣਾ ਜਾਂ ਨਕਾਰਾ ਕਰ ਦੇਣਾ। ਬ੍ਰਾਹਮਣੀ ਮਤ ਦੀਆਂ ਵਿਸ਼ੇਸ਼ ਨੀਤੀਆਂ ਦੇ ਲਖਾਇਕ ਤੱਤ ਹਨ। ਬ੍ਰਾਹਮਣ ਦੀਆਂ ਗੁੱਝੀਆਂ ਮਾਰੂ ਨੀਤੀਆਂ ਅੱਗੇ ਤਾਂ ਇਸਲਾਮ ਵਰਗੇ ਜ਼ਬਰਦਸਤ ਮਤ ਦੇ ਪ੍ਰਚਾਰਕ ਵੀ ਇਹ ਕਹਿਣ ਪੁਰ ਮਜਬੂਰ ਹੋ ਗਏ, ये दीने हजाजी का बेबाक बेड़ा, न जेहू में अटका न सेहू में ठहरा, किए पार जिसने थे सातों समुंदर, वह डूबा दहाने में गंगा के आकर। ਅੱਜ 21ਵੀਂ ਸਦੀ ਵਿੱਚ ਸਿੱਖ ਮਤ ਨੂੰ ਖਤਮ ਕਰਨ ਲਈ ਬ੍ਰਾਹਮਣੀ ਮਤ ਦੀ ਆਤਮਾ ਹੋਰ ਕੁਰੀਤੀਆਂ ਅਪਣਾ ਰਹੀ ਹੈ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਤੱਕ ਚੁਗਲੀ, ਬਖੀਲੀ ਅਤੇ ਘਰ ਵਿੱਚ ਹੀ ਫੁੱਟ ਪਾ ਕੇ ਖਤਮ ਕਰਵਾਉਣ ਦੀ ਨੀਤੀ ਤੋਂ ਛੁੱਟ ਬ੍ਰਾਹਮਣ ਪਾਸ ਹੋਰ ਕੋਈ ਕਾਰਾ ਹਥਿਆਰ ਨਹੀਂ ਸੀ। ਸਿੱਖਾਂ ਦੇ ਰੋਜ਼ਾਨਾ ਕੀਰਤਨ ਵਿੱਚ ਹੀ ਬ੍ਰਾਹਮਣ ਦੇ ਘਟੀਆ ਕਿਰਦਾਰ ਅਤੇ ਮਨੁੱਖਤਾ ਤੋਂ ਗਿਰੀ ਬਿਰਤੀ ਦੀ ਰੱਜ ਕੇ ਮੁਖਾਲਫਤ ਕੀਤੀ ਗਈ ਹੈ। ਯਥਾ ਮਾਨਸ ਖਾਣੇ ਕਰੈ ਨਿਵਾਜ, ਛੁਰੀ ਵਗਾਇਨ ਤਿੰਨ ਗਲ ਤਾਗ, ਤਿੰਨ ਘਰ ਬ੍ਰਹਮਣ ਪੂਰੈ ਨਾਦ, ਉਹਨਾਂ ਪੇ ਆਵੇਂ ਕੋਈ ਸਾਧ, ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੈ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ। ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਹੀ ਜ਼ਾਤ ਅਭਿਮਾਨੀ ਖੱਤਰੀਆਂ ਅਤੇ ਖਾਸ ਕਰ ਬ੍ਰਾਹਮਣਾਂ ਨੇ ਸਿੱਖ ਮਤ ਦਾ ਵਿਰੋਧ ਸ਼ੁਰੂ ਕਰ ਦਿੱਤਾ ਸੀ ਅਤੇ ਸਿੱਖ ਮਤ ਵੀ ਬੇਖੌਫ ਹੋ ਕੇ ਬ੍ਰਾਹਮਣੀ ਮਤ ਦੇ ਪਖੰਡ ਦਾ ਬਖੀਆ ਉਧੇੜ ਰਿਹਾ ਸੀ। ਗੁਰਸਿੱਖੀ ਦੇ ਲੰਗਰ ਦੀ ਮਰਿਆਦਾ ਨਾਲ ਬ੍ਰਾਹਮਣ ਦਾ ਫੈਲਾਇਆ ਛੂਆ ਛਾਤ ਦਾ ਭੂਤ ਵੀ ਆਪਣੇ ਬਚਾਅ ਦੇ ਸਾਧਨ ਲੱਭ ਰਿਹਾ ਸੀ। ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਨੇ ਲੰਗਰ ਦੇ ਕੰਮ ਨੂੰ ਬਹੁਤ ਵਧਾਇਆ ਅਤੇ ਸਿੱਖੀ ਆਦਰਸ਼ਾਂ ਨੂੰ ਲੰਗਰ ਰਾਹੀਂ ਬੜੇ ਸੁੰਦਰ ਢੰਗ ਨਾਲ ਪ੍ਰਚਾਰਨਾ ਆਰੰਭਿਆ। ਬ੍ਰਾਹਮਣੀ ਮਤ ਦੀ ਛਾਤੀ ਤੇ ਜਾਣੋ ਸੱਪ ਲੇਟ ਗਿਆ। ਅਕਬਰ ਤੱਕ ਚੁਗਲੀਆਂ ਪਹੁੰਚਾਉਣ ਦਾ ਹਰ ਸਾਧਨ ਵਰਤਿਆ। ਰਾਜ ਦਰਬਾਰ ਵਿੱਚ ਮਹੇਸ਼ ਦਾਸ ਆਦਿਕਾਂ ਰਾਹੀਂ ਚੁਗਲੀਆਂ ਕੀਤੀਆਂ ਤਾਂ ਕਿ ਹਾਕਮਾਂ ਨੂੰ ਸਿੱਖੀ ਲਹਿਰ ਵਿਰੁੱਧ ਭੜਕਾਇਆ ਜਾ ਸਕੇ। ਖਡੂਰ ਸਾਹਿਬ ਤੋਂ ਗੁਰ ਅੰਸ਼ ਦਾਤੂ ਨੂੰ ਗੁਰੂ ਅਮਰਦਾਸ ਜੀ ਵਿਰੁੱਧ ਚੁੱਕਣਾ ਦੇ ਕੇ ਚੁੱਕ ਲਿਆਂਦਾ। ਗੁਰੂ ਅਰਜਨ ਦੇਵ ਜੀ ਦੀ ਵਿਰੋਧਤਾ ਲਈ ਬਾਬਾ ਪ੍ਰਿਥੀ ਚੰਦ ਨੂੰ ਕਾਫੀ ਚੁੱਕਣਾ ਦਿੱਤੀ ਗਈ। ਬ੍ਰਾਹਮਣੀ ਮਤ ਵਾਲਿਆਂ ਨੂੰ ਸਿੱਖੀ ਨਾਲ ਚਿੜ ਹੋਣੀ ਸੁਭਾਵਕ ਸੀ, ਪਰ ਇਸ ਲਈ ਉਹ ਖੁਦ ਦਲੇਰੀ ਨਾਲ ਲੜਨ ਦੀ ਜੁਰਤ ਨਹੀਂ ਸਨ ਰੱਖਦੇ। ਉਹ ਜੋ ਕੁਝ ਕਰ ਸਕਦੇ ਸਨ ਜਾਂ ਜਿਸ ਭਾਂਤ ਦੇ ਕਮਜ਼ੋਰ ਤੇ ਸਾਹ ਸੱਤ ਵਿਹੂਣੇ ਦਿਲ ਗੁਰਦੇ ਦੇ ਉਹ ਮਾਲਕ ਸਨ, ਐਨ ਉਸ ਦੇ ਅਨੁਕੂਲ ਕੰਮ ਹੀ ਉਹਨਾਂ ਪਾਸੋਂ ਬਣ ਸਰ ਸਕਿਆ। ਉਹਨਾਂ ਨੇ ਵੱਡੀ ਚੁਗਲੀ ਹਾਕਮਾਂ ਪਾਸ ਇਹੋ ਖਾਧੀ
ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸਲਾਮ ਦੇ ਵਿਰੁੱਧ ਪ੍ਰਚਾਰ ਕੀਤਾ ਗਿਆ ਹੈ ਅਤੇ ਉਹਨਾਂ ਨੇ ਬ੍ਰਾਹਮਣੀ ਮਤ ਦਾ ਵੀ ਰਗੜਾ ਬੱਧਾ ਹੈ। ਅਕਬਰ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਸਮੇਂ ਤੋਂ ਹੀ ਗੁਰੂ ਘਰ ਨਾਲ ਸੰਬੰਧਿਤ ਸੀ ਅਤੇ ਗੁਰੂ ਘਰ ਦੀ ਵਿਚਾਰਧਾਰਾ ਨਾਲ ਵਾਕਫੀਅਤ ਰੱਖਦਾ ਸੀ। ਬਾਣੀ ਨੂੰ ਪਹਿਲੇ ਵੀ ਉਹ ਦੇਖ ਸੁਣ ਕੇ ਸਮਝ ਚੁੱਕਾ ਸੀ, ਪਰ ਨਿਤ ਦੀਆਂ ਚੁਗਲੀਆਂ ਸੁਣ ਕੇ ਸਨ 1598 ਦੇ ਅਖੀਰ ਵਿੱਚ ਜਦ ਉਹ ਪੰਜਾਬ ਦੇ 3 ਸਾਲਾ ਭਿਆਨਕ ਕਾਲ ਤੇ ਔੜ ਆਦਿਕ ਮਗਰੋਂ ਲਾਹੌਰ ਤੋਂ ਦਿੱਲੀ ਵਾਪਸ ਜਾ ਰਿਹਾ ਸੀ ਤਾਂ ਉਸਨੇ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਨਾਲ ਮੁਲਾਕਾਤ ਕੀਤੀ। ਬਾਣੀ ਦੇ ਅਨੇਕਾਂ ਸ਼ਬਦ ਉਸਨੇ ਸੁਣੇ ਅਤੇ ਸਮਝੇ ਅਤੇ ਗੁਰੂ ਘਰ ਦੀ ਵਿਚਾਰਧਾਰਾ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਗੁਰੂ ਘਰ ਦੀ ਸੇਵਾ ਕਰਨ ਵਿੱਚ ਆਪਣੇ ਧਨ ਭਾਗ ਸਮਝੇ। ਗੁਰੂ ਅਰਜਨ ਦੇਵ ਜੀ ਦੀ ਸਿਫਾਰਿਸ਼ ਅਤੇ ਪ੍ਰੇਰਨਾ ਨਾਲ ਉਸਨੇ ਕਾਲ ਆਦਿਕ ਤੋਂ ਦੁਖੀ ਹੋਏ ਪੰਜਾਬੀ ਕਿਸਾਨਾਂ ਦਾ ਬਹੁਤ ਸਾਰਾ ਮਾਲੀਆ ਮਾਫ ਕਰ ਦਿੱਤਾ। ਬ੍ਰਾਹਮਣਾਂ ਦੀਆਂ ਚੁਗਲੀਆਂ ਆਪਣੇ ਮਕਸਦ ਵਿੱਚ ਕਾਮਯਾਬ ਨਾ ਹੋ ਸਕੀਆਂ। ਅਕਬਰ 1598 ਦੇ ਅੰਤ ਵਿੱਚ ਲਾਹੌਰ ਤੋਂ ਆਗਰੇ ਵਾਪਸ ਚਲਾ ਗਿਆ ਤੇ ਆਪਣੇ 1605 ਦੇ ਚਲਾਣੇ ਤੱਕ ਮੁੜ ਕਦੀ ਵਾਪਸ ਪੰਜਾਬ ਨਹੀਂ ਆਇਆ। ਅਕਬਰ ਦੇ ਜਿਉਂਦਿਆਂ ਬ੍ਰਾਹਮਣਾਂ ਦੀ ਚਾਲ ਸਫਲ ਨਾ ਹੋ ਸਕੀ, ਪਰ ਅਕਬਰ ਦੀ ਮੌਤ ਪਿੱਛੋਂ ਉਹ ਫੇਰ ਕੁਝ ਸਰਗਰਮ ਹੋ ਗਏ। ਜਹਾਂਗੀਰ ਦੇ ਤਖਤ ਉੱਤੇ ਬੈਠਣ ਨਾਲ ਹਾਲਾਤ ਬਹੁਤ ਬਦਲ ਚੁੱਕੇ ਸਨ। ਜਹਾਂਗੀਰ ਸ਼ੇਖ ਅਹਿਮਦ ਸਰਹੰਦੀ ਦੀ ਲਹਿਰ ਦੇ ਪ੍ਰਭਾਵ ਹੇਠ ਸਿੱਖਾਂ ਅਤੇ ਹਿੰਦੂਆਂ ਦੋਹਾਂ ਦਾ ਹੀ ਵਿਰੋਧੀ ਹੋ ਚੁੱਕਾ ਸੀ। ਹੁਣ ਬ੍ਰਾਹਮਣ ਚੁਗਲੀਆਂ ਤੋਂ ਇਲਾਵਾ ਆਪਣੀ ਸ਼ਾਮ ਦਾਮ ਦੰਡ ਭੇਦ ਦੀਆਂ 4 ਨੀਤੀਆਂ ਵਿੱਚੋਂ ਆਖਰੀ ਹਥਿਆਰ ਭੇਦ ਨੀਤੀ ਦਾ ਵਰਤ ਸਕਦੇ ਸਨ, ਜੋ ਉਹਨਾਂ ਨੇ ਖੁੱਲੇ ਦਿਲ ਨਾਲ ਵਰਤਿਆ। ਦਾਤੂ ਅਤੇ ਪ੍ਰਿੰਥੀ ਚੰਦ ਨੂੰ ਚੁੱਕਣਾ ਦੇ ਕੇ ਘਰੋਗੀ ਝਗੜੇ ਨੂੰ ਵਧਾਉਣ ਵਿੱਚ ਇਹਨਾਂ ਬ੍ਰਾਹਮਣਾਂ ਦਾ ਕਾਫੀ ਹੱਥ ਸੀ। ਝਗੜਾ ਤਾਂ ਬੜਾ ਵੱਡਾ ਅਤੇ ਅਸੂਲੀ ਸੀ, ਪਰ ਦਾਤੂ ਅਤੇ ਪ੍ਰਿਥੀ ਚੰਦ ਨੇ ਆਪਣੇ ਸਮੇਂ ਇਸ ਨੂੰ ਘਰੋਗੀ ਝਗੜੇ ਦੀ ਸ਼ਕਲ ਦੇਣ ਦਾ ਯਤਨ ਕੀਤਾ। ਕੁਝ ਵੀ ਹੋਵੇ, ਇਹਨਾਂ ਬ੍ਰਾਹਮਣਾਂ ਪਾਸੋਂ ਗੁਰੂ ਘਰ ਦਾ ਅਤੇ ਗੁਰੂ ਅਰਜਨ ਦੇਵ ਜੀ ਦਾ ਜੋ ਵੀ ਵਿਰੋਧ ਹੋ ਸਕਦਾ ਸੀ, ਉਸ ਵਿੱਚ ਇਹਨਾਂ ਪ੍ਰਾਣੀਆਂ ਨੇ ਕੋਈ ਕਸਰ ਨਹੀਂ ਛੱਡੀ। ਦਰ ਹਕੀਕਤ ਇਸ ਤੋਂ ਵੱਧ ਉਹ ਕੁਝ ਕਰ ਵੀ ਨਹੀਂ ਸਨ ਸਕਦੇ ਅਤੇ ਇਹ ਗਰੀਬ ਸਨ ਵੀ ਸੱਚੇ। ਸਦੀਆਂ ਤੋਂ ਜਿਨ੍ਹਾਂ ਵਿਚਾਰਿਆਂ ਨੇ ਕੱਖ ਭੰਨ ਕੇ ਦੂਰਾ ਨਾ ਕੀਤਾ ਹੋਵੇ ਅਤੇ ਕੇਵਲ ਗਲਤ ਰਸਮਾਂ, ਗਲਤ ਸੰਸਕਾਰਾਂ, ਚੌਦਸਾਂ, ਅਮਾਵਸਾਂ, ਸੰਗਰਾਂਦਾਂ ਨੂੰ ਰਚ ਕੇ ਦੁਨੀਆ ਨੂੰ ਲੁੱਟ ਕੇ ਖਾ ਗਏ ਹੋਣ, ਉਹਨਾਂ ਦੀ ਕਮਾਈ ਨੂੰ ਭਾਰੀ ਠੇਸ ਲੱਗਣ ਕਾਰਨ ਉਹ ਵਿਚਾਰੇ ਵਿਰੋਧ ਨਾ ਕਰਦੇ ਤਾਂ ਕੀ ਕਰਦੇ। ਬਾਣੀ ਦੇ ਪ੍ਰਚਾਰ ਅਤੇ ਪ੍ਰਕਾਸ਼ ਨੇ ਉਹਨਾਂ ਦੇ ਹੱਥ ਰਹਿਣ ਹੀ ਕੀ ਦਿੱਤਾ ਸੀ। ਦੂਜਾ, ਮਹੇਸ਼ ਦਾਸ ਭਾਰਤ ਦੇ ਇਤਿਹਾਸ ਵਿੱਚ 1528 ਵਿੱਚ ਪੈਦਾ ਹੋਣ ਵਾਲੇ ਇਸ ਸ਼ਖਸ ਦਾ ਵੀ ਕੋਈ ਜਵਾਬ ਨਹੀਂ। ਇਸ ਸ਼ਖਸ ਹਰ ਲਿਹਾਜ਼ ਨਾਲ ਲਾਜਵਾਬ ਸਾਬਤ ਹੋਇਆ ਸੀ। ਇਹ ਸ਼ਖਸ ਭਗਵਾਨ ਦਾਸ, ਜੋ ਜੈਪੁਰ ਦਾ ਰਾਜਾ ਸੀ, ਪਾਸ ਨੌਕਰੀ ਕਰਦਾ ਸੀ। ਇਹ ਹਾਜ਼ਰ ਜਵਾਬ, ਤੇਜ ਦਿਮਾਗ ਤੇ ਬ੍ਰਾਹਮਣੀ ਖਸਲਤਾਂ ਨਾਲ ਭਰਪੂਰ ਸ਼ੁੱਧ ਅਤੇ ਖਾਲਸ ਬ੍ਰਾਹਮਣ ਸੀ। 1562 ਵਿੱਚ ਭਗਵਾਨ ਦਾਸ ਦੀ ਵੱਡੀ ਭਤੀਜੀ ਹਿੰਦੂ ਜ਼ਾਤ ਅਭਿਮਾਨ ਦਾ ਸਿਰ ਨੀਵਾਂ ਕਰਵਾ ਕੇ ਅਕਬਰ ਨੂੰ ਵਿਆਹ ਦਿੱਤੀ ਗਈ ਅਤੇ ਮਹੇਸ਼ ਦਾਸ ਬ੍ਰਾਹਮਣ, ਜੋ ਬੀਰਬਲ ਕਰਕੇ ਮਸ਼ਹੂਰ ਹੋਇਆ ਹੈ, ਵੀ ਲੋੜ ਮੁਜਬ ਜੈਪੁਰ ਤੋਂ ਅਕਬਰ ਦੇ ਦਰਬਾਰ ਵਿੱਚ ਭੇਜ ਦਿੱਤਾ ਗਿਆ। ਜਾਣੋ, ਦਾਜ ਦੇ ਬਾਕੀ ਸਮਾਨ ਨਾਲ ਹੀ ਇਹ ਚੀਜ਼ ਵੀ ਅਕਬਰ ਦੇ ਘਰ ਪੁੱਜ ਗਈ। ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਮਹੇਸ਼ ਦਾਸ ਖਾਲਸ ਬ੍ਰਾਹਮਣੀ ਖਸਲਤਾਂ ਨਾਲ ਭਰਪੂਰ ਸ਼ੁੱਧ ਬ੍ਰਾਹਮਣ ਸੀ। ਸਿੱਖ ਮਤ ਦੇ ਪ੍ਰਚਾਰ ਤੋਂ ਉਹ ਦਿਲੋਂ ਮਨੋਂ ਦੁਖੀ ਸੀ। ਸਿੱਖ ਮਤ ਦੇ ਪ੍ਰਚਾਰ ਤੋਂ ਦੁਖੀ ਹੋਏ ਬ੍ਰਾਹਮਣਾਂ ਦੀਆਂ ਪਾਵਨ ਉਮੀਦਾਂ ਦਾ ਇੱਕਮਾਤਰ ਸਿਤਾਰਾ ਅਤੇ ਰਾਜ ਦਰਬਾਰ ਵਿੱਚ ਇਹਨਾਂ ਬ੍ਰਾਹਮਣਾਂ ਦਾ ਇੱਕਮਾਤਰ ਸਹਾਰਾ ਇਹ ਮਹੇਸ਼ ਦਾਸ ਜਾਂ ਬੀਰਬਲ ਹੀ ਸੀ। ਬ੍ਰਾਹਮਣਾਂ ਨੂੰ ਆਪਣੀਆਂ ਚੁਗਲੀਆਂ ਅੱਗੇ ਤੱਕ ਪਹੁੰਚਾਉਣ ਲਈ
ਤਾਂ ਕਿਸੇ ਆਸਰੇ ਦੀ ਜ਼ਰੂਰਤ ਸੀ। ਲੰਗਰ ਅਤੇ ਬਾਣੀ ਦੇ ਵਿਰੁੱਧ ਇਸ ਨੇ ਅਕਬਰ ਦੇ ਮਨ ਵਿੱਚ ਜ਼ਹਿਰ ਪੈਦਾ ਕਰਨ ਦੇ ਭਰਪੂਰ ਯਤਨ ਕੀਤੇ। ਪ੍ਰਿਥੀ ਚੰਦ ਨੂੰ ਵੀ ਚੁੱਕਣ ਵਿੱਚ ਖਾਸਾ ਰੋਲ ਅਦਾ ਕੀਤਾ, ਪਰ ਇਸ ਦੀ ਅਤੇ ਇਸ ਦੀ ਝੋਲੀ ਚੁੱਕ ਬ੍ਰਾਹਮਣਾਂ ਦੀ ਮਾੜੀ ਕਿਸਮਤ ਕਾਰਨ ਸਿੱਖ ਮਤ ਸੰਬੰਧੀ ਕੋਈ ਮਾੜਾ ਪ੍ਰਭਾਵ ਇਸ ਪਾਸੋਂ ਅਕਬਰ ਦੇ ਮਨ ਤੇ ਨਾ ਪਾਇਆ ਜਾ ਸਕਿਆ। ਅਕਬਰ ਇਸ ਦੇ ਸਿੱਖ ਮਤ ਵਿਰੋਧੀ ਵਿਚਾਰਾਂ ਦਾ ਕਾਇਲ ਹੋਣ ਦੀ ਥਾਂ ਸਦਾ ਸਿੱਖ ਮਤ ਦਾ ਪ੍ਰਸ਼ੰਸਕ ਰਿਹਾ। ਅਕਬਰ ਨੇ 1585 ਵਿੱਚ ਪੇਸ਼ਾਵਰ ਤੋਂ ਪਰਲੇ ਪਾਸੇ ਦੇ ਪਠਾਨਾਂ ਨੂੰ ਸੋਧਣ ਵਾਸਤੇ ਜੈਨ ਖਾਂ ਅਤੇ ਬੀਰਬਲ ਨੂੰ ਭੇਜ ਦਿੱਤਾ। ਇਹ ਕਵਿਤਾ ਕਹਿ ਸਕਦਾ ਸੀ, ਰਾਗ ਦਾ ਵੀ ਕੁਝ ਗਿਆਨ ਰੱਖਦਾ ਸੀ, ਚੁਟਕਲੇ ਸੁਣਾਉਣੇ ਵੀ ਇਸ ਦੀ ਤਬੀਅਤ ਦੇ ਅਨੁਕੂਲ ਸਨ, ਪਰ ਜੰਗ ਉੱਤੇ ਭੇਜਣਾ ਇਸ ਨਾਲ ਬੜੀ ਵਧੀਕੀ ਹੀ ਜਾਪਦੀ ਹੈ। ਜੰਗ ਵਿੱਚ ਹੇਰਾ ਫੇਰੀ ਦੀ ਥਾਂ ਲੜਨ ਦੀ ਲੋੜ ਸੀ। ਚਲਾਕੀਆਂ, ਚਤੁਰਾਈਆਂ ਅਤੇ ਬ੍ਰਾਹਮਣੀ ਰੀਤਾਂ ਹਰ ਥਾਂ ਕੰਮ ਨਹੀਂ ਦੇ ਸਕਦੀਆਂ। ਪਠਾਨਾਂ ਉੱਤੇ ਹਮਲਾ ਕਰਨ ਗਿਆ, ਇਹ ਮੁੜ ਵਾਪਸ ਨਾ ਪਰਤ ਸਕਿਆ ਤੇ ਸੰਨ 1586 ਵਿੱਚ ਫੌਜ ਸਮੇਤ ਮਾਰਿਆ ਗਿਆ। ਨਤੀਜੇ ਦੇ ਤੌਰ ਤੇ ਬ੍ਰਾਹਮਣਾਂ ਲਈ ਆਪਣੀ ਚੁਗਲੀਆਂ ਬਾਦਸ਼ਾਹ ਤੱਕ ਪਹੁੰਚਾਉਣ ਲਈ ਭਾਰੀ ਔਕੜ ਪੈਦਾ ਹੋ ਗਈ। ਪ੍ਰਿਥੀ ਚੰਦ, ਜੋ ਅਕਾਰਨ ਹੀ ਗੁਰੂ ਅਰਜਨ ਦੇਵ ਜੀ ਦਾ ਵੱਡਾ ਵਿਰੋਧੀ ਬਣਿਆ ਪਿਆ ਸੀ, ਵੀ ਇੱਕ ਬਹੁਤ ਪੱਕੇ ਮਿੱਤਰ ਤੋਂ, ਜੋ ਉਸ ਦੇ ਸਾਰੇ ਪਾਪ ਕਰਮਾਂ ਵਿੱਚ ਸਹਾਈ ਹੋ ਰਿਹਾ ਸੀ, ਵਾਂਝਿਆ ਹੋ ਗਿਆ। ਤੀਜਾ, ਸਖੀ ਸਰਵਰ ਦੀ ਗੱਦੀ। ਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ, ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ, ਕਿ ਸਿੱਖ ਮਤ ਦੇਸ਼ ਦੇ ਦੂਰ ਦੁਰਾਡੇ ਅਤੇ ਨੇੜੇ ਦੇ ਸਭ ਇਲਾਕਿਆਂ ਵਿੱਚ ਬੜਾ ਹਰਮਨ ਪਿਆਰਾ ਹੋ ਰਿਹਾ ਸੀ। ਘੱਟ ਹੀ ਕੋਈ ਐਸਾ ਨਗਰ, ਕਸਬਾ ਜਾਂ ਪਿੰਡ ਸੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਸ਼ਰਧਾਲੂ ਨਾ ਵਸਦੇ ਹੋਣ। ਪਰ ਇਹ ਗੱਲ ਭੁੱਲਣ ਵਾਲੀ ਨਹੀਂ ਕਿ ਇਸਲਾਮ ਵੀ ਬੜੀ ਤੇਜ਼ੀ ਨਾਲ ਕਾਫੀ ਇਲਾਕਿਆਂ ਵਿੱਚ ਫੈਲ ਚੁੱਕਾ ਸੀ ਅਤੇ ਹੋਰ ਫੈਲਦਾ ਜਾ ਰਿਹਾ ਸੀ। ਇਸਲਾਮ ਦੇ ਫੈਲਣ ਦੇ ਕਈ ਕਾਰਨ ਸਨ। ਹਿੰਦ ਵਿੱਚ ਮੁਗਲਾਂ ਤੋਂ ਪਹਿਲੇ ਪਠਾਨਾਂ ਦੇ 5 ਖਾਨਦਾਨ ਹਕੂਮਤ ਕਰ ਚੁੱਕੇ ਸਨ, ਜੋ ਲਗਭਗ ਸਾਰੇ ਹੀ ਇਸਲਾਮ ਦੇ ਪ੍ਰਚਾਰ ਲਈ ਰਾਜ ਸ਼ਕਤੀ ਨੂੰ ਥੋੜਾ ਜਾਂ ਜ਼ਿਆਦਾ ਜ਼ਰੂਰ ਵਰਤਦੇ ਰਹੇ। ਬਾਬਰ, ਜੋ ਪਹਿਲਾਂ ਮੁਗਲ ਬਾਦਸ਼ਾਹ ਸੀ, ਵੀ ਮੁਸਲਮਾਨ ਸੀ। ਇਸ ਤੋਂ ਪਿੱਛੋਂ ਹੋਣ ਵਾਲਾ ਸ਼ੇਰ ਸ਼ਾਹ ਸੂਰੀ ਵੀ ਪਠਾਨ ਮੁਸਲਮਾਨ ਸੀ। ਹਮਾਯੂੰ ਤੇ ਅਕਬਰ ਮੁਗਲ ਖਾਨਦਾਨ ਦੇ ਦੂਜੇ ਤੇ ਤੀਜੇ ਬਾਦਸ਼ਾਹ ਸਨ। ਮੁੱਕਦੀ ਗੱਲ ਕਿ ਅਰਸੇ ਤੋਂ ਇਸਲਾਮ ਵਾਲਿਆਂ ਦੀ ਹੀ ਹਿੰਦ ਵਿੱਚ ਹਕੂਮਤ ਤੁਰੀ ਆ ਰਹੀ ਸੀ, ਜਿਸ ਦਾ ਇਸਲਾਮ ਦੇ ਪ੍ਰਚਾਰ ਤੇ ਬੜਾ ਦੀਰਘ ਅਤੇ ਡੂੰਘਾ ਅਸਰ ਪਿਆ। ਕਈ ਬਾਦਸ਼ਾਹ ਜਜ਼ੀਆ ਆਦਿਕ ਠੋਸ ਕੇ ਤੇ ਹੋਰ ਕਿਸਮ ਦੇ ਰਾਜਸੀ ਦਬਾਅ ਪਾ ਕੇ ਇਸਲਾਮ ਦੇ ਪ੍ਰਚਾਰ ਵਿੱਚ ਠੋਸ ਮਦਦ ਕਰਦੇ ਰਹੇ। ਇਸਲਾਮ ਦੇ ਫੈਲਣ ਦਾ ਦੂਜਾ ਕਾਰਨ ਬ੍ਰਾਹਮਣੀ ਮਤ ਦੀ ਆਪਣੀ ਸਿਧਾਂਤਕ ਕਮਜ਼ੋਰੀ ਸੀ। ਜਾਤ ਪਾਤ ਅਤੇ ਛੂਤ ਛਾਤ ਦੇ ਭੇਦਾਂ ਦੇ ਸੁਨਹਿਰੀ ਸਿਧਾਂਤ ਜੇਕਰ ਬ੍ਰਾਹਮਣੀ ਮਤ ਵਿੱਚੋਂ ਕੱਢ ਦਿੱਤੇ ਜਾਣ ਤਾਂ ਬ੍ਰਾਹਮਣੀ ਮਤ ਆਪਣੀ ਸ਼ਕਲ ਹੀ ਵਿਗਾੜ ਬੈਠੇਗਾ। ਦਰ ਹਕੀਕਤ ਬ੍ਰਾਹਮਣੀ ਮਤ ਨੂੰ ਜਾਤ ਪਾਤ ਅਤੇ ਛੂਤ ਛਾਤ ਦੇ ਖਈ ਰੋਗ ਟੀਬੀ ਨਾਲੋਂ ਅੱਡ ਕੀਤਾ ਹੀ ਨਹੀਂ ਜਾ ਸਕਦਾ। ਇਸ ਸਬੰਧ ਵਿੱਚ ਬ੍ਰਾਹਮਣੀ ਮਤ ਦੇ ਗ੍ਰੰਥਾਂ ਦੇ ਵਿਚਾਰ ਅੰਕਿਤ ਕਰਨ ਨਾਲ ਮਾਮਲਾ ਹੋਰ ਜ਼ਿਆਦਾ ਸਾਫ਼ ਹੋ ਸਕਦਾ ਹੈ। ਸੋ ਹੇਠਾਂ ਬ੍ਰਾਹਮਣੀ ਮਤ ਦੇ ਕੁਝ ਕੁ ਸੁਨਹਿਰੀ ਵਿਚਾਰ ਅੰਕਿਤ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਜੇ ਕਿਤੇ ਫਰੇਮ ਕਰਾ ਕੇ ਘਰਾਂ ਵਿੱਚ ਟੰਗ ਲਿਆ ਜਾਵੇ ਅਤੇ ਹੋਰ ਪਬਲਿਕ ਥਾਵਾਂ ਉੱਤੇ ਅੰਕਿਤ ਕਰਾਇਆ ਜਾਵੇ ਤਾਂ ਬ੍ਰਾਹਮਣਾਂ ਦੇ ਰੋਸ਼ਨ ਦਿਮਾਗ ਬਾਰੇ ਸਭ ਹਕੀਕਤਾਂ ਤੋਂ ਹਰ ਕੋਈ ਜਾਣੂ ਹੋ ਸਕਦਾ ਹੈ। ਤੋਂ ਜੰਮੇ ਹੋਏ ਹੋਣ ਕਾਰਨ ਜੇ ਕੋਈ ਸ਼ੂਦਰ, ਬ੍ਰਾਹਮਣ, ਛਤਰੀ ਜਾਂ ਵੈਸ਼ ਆਦਿਕ ਉੱਚ ਜਾਤੀਆਂ ਨੂੰ ਕਠੋਰ ਬਚਨ ਕਹੇ ਤਾਂ ਰਾਜਾ ਘੱਟੋ ਘੱਟ ਇਤਨਾ ਜ਼ਰੂਰ ਕਰੇ ਕਿ ਉਸ ਸ਼ੂਦਰ ਦੀ ਜੀਭ ਕਟਵਾ ਦੇਵੇ। ਮਨੂ ਸਿਮਰਤੀ
ਜੇ ਸ਼ੂਦਰ ਉੱਚ ਜਾਤੀਆਂ ਨੂੰ ਨਾਮ ਲੈ ਕੇ ਸਖਤੀ ਨਾਲ ਬੁਲਾ ਬੈਠੇ ਤਾਂ ਉਸ ਦੇ ਮੂੰਹ ਵਿੱਚ 10 ਉਂਗਲ ਲੰਬਾ ਅੱਗ ਵਰਗਾ ਲਾਲ ਗਰਮ ਲੋਹੇ ਦਾ ਕਿੱਲਾ ਰਾਜੇ ਵੱਲੋਂ ਠੋਕ ਦੇਣਾ ਚਾਹੀਦਾ ਹੈ। ਜੇ ਕੋਈ ਸ਼ੂਦਰ ਆਪਣੀ ਲਿਆਕਤ ਦੇ ਆਧਾਰ ਤੇ ਬ੍ਰਾਹਮਣ ਨੂੰ ਧਰਮ ਦੀ ਸਿੱਖਿਆ ਦੇਣ ਦੀ ਜੁਰਤ ਕਰੇ ਤਾਂ ਰਾਜੇ ਨੂੰ ਚਾਹੀਦਾ ਹੈ ਕਿ ਉਹ ਸ਼ੂਦਰ ਦੇ ਮੂੰਹ ਅਤੇ ਕੰਨਾਂ ਵਿੱਚ ਉਬਲਦਾ ਤੇਲ ਪਵਾ ਕੇ ਸਜ਼ਾ ਦੇਵੇ, ਕਿਉਂਕਿ ਸ਼ੂਦਰ ਧਰਮ ਉਪਦੇਸ਼ ਨਹੀਂ ਕਰ ਸਕਦਾ। ਉਹ ਭਾਵੇਂ ਕਿਤਨਾ ਗਿਆਨਵਾਨ ਅਤੇ ਗੁਣੀ ਹੀ ਕਿਉਂ ਨਾ ਹੋਵੇ। ਸ਼ੂਦਰ ਜੇ ਧਨ ਜਮ੍ਹਾਂ ਕਰਨ ਦੇ ਕਾਬਲ ਵੀ ਹੋ ਜਾਵੇ ਤਾਂ ਵੀ ਉਸ ਨੂੰ ਧਨ ਜਮ੍ਹਾਂ ਨਾ ਕਰਨ ਦਿੱਤਾ ਜਾਵੇ, ਕਿਉਂਕਿ ਧਨਵਾਨ ਹੋ ਕੇ ਸ਼ੂਦਰ ਉੱਚ ਜਾਤੀਆਂ ਦੇ ਹੱਥੋਂ ਨਿਕਲ ਸਕਦਾ ਹੈ ਅਤੇ ਬ੍ਰਾਹਮਣਾਂ ਨੂੰ ਦੁੱਖ ਦੇ ਸਕਦਾ ਹੈ। ਸ਼ੂਦਰ ਜਿਸ ਸਰੀਰਕ ਅੰਗ ਨਾਲ ਕਿਸੇ ਉੱਚ ਜਾਤੀਏ ਨਾਲ ਟਾਕਰਾ ਜਾਂ ਮੁਕਾਬਲਾ ਕਰੇ ਜਾਂ ਉਸ ਨੂੰ ਦੁੱਖ ਦੇਵੇ, ਰਾਜੇ ਨੂੰ ਚਾਹੀਦਾ ਹੈ ਕਿ ਉਸ ਦਾ ਉਹ ਅੰਗ ਕਟਵਾ ਦੇਵੇ। ਉਪਰੋਕਤ ਕਿਸਮ ਦੇ ਉਪਦੇਸ਼ ਬ੍ਰਾਹਮਣਾਂ ਦੇ ਧਰਮ ਗ੍ਰੰਥਾਂ ਅਤੇ ਲਿਖਤਾਂ ਦਾ ਸ਼ਿੰਗਾਰ ਹੀ ਨਹੀਂ ਰਹੇ, ਬਲਕਿ ਇਤਿਹਾਸ ਸਪਸ਼ਟ ਕਰ ਦਿੰਦਾ ਹੈ ਕਿ ਹਿੰਦ ਵਿੱਚ ਬ੍ਰਾਹਮਣ ਨੇ ਇਸੇ ਭਾਂਤ ਦੇ ਸਮਾਜ ਦੀ ਸਿਰਜਣਾ ਕਰ ਦਿੱਤੀ ਹੋਈ ਸੀ। ਸ਼ੂਦਰ ਕਹੀ ਜਾਣ ਵਾਲੀ ਸ਼੍ਰੇਣੀ ਨਾਲ ਸਦੀਆਂ ਤੱਕ ਅੱਤ ਦਰਜੇ ਦੀ ਕਮੀਨੀ ਅਤੇ ਅਣਮਨੁੱਖੀ ਬਦਸਲੂਕੀ ਹੁੰਦੀ ਰਹੀ। ਲਗਾਤਾਰ ਦੀ ਇੰਨੀ ਦੁਰੇ ਪਿੱਛੋਂ ਜਦ ਇਸਲਾਮ ਧਾਰਨ ਕਰਨ ਪਿੱਛੋਂ ਸ਼ੂਦਰਾਂ ਨੂੰ ਸਮਾਜ ਵਿੱਚ ਆਦਰਯੋਗ ਅਤੇ ਬਰਾਬਰੀ ਦਾ ਦਰਜਾ ਇਸਲਾਮ ਵੱਲੋਂ ਦਿੱਤਾ ਜਾ ਰਿਹਾ ਸੀ, ਤਾਂ ਇਹ ਗੱਲ ਕੁਦਰਤੀ ਸੀ ਕਿ ਸ਼ੂਦਰ ਧੜ ਇਸਲਾਮ ਵਿੱਚ ਦਾਖਲ ਹੁੰਦੇ ਗਏ। ਬ੍ਰਾਹਮਣੀ ਮੱਤ ਦੀ ਇਸ ਸਿਧਾਂਤਕ ਕਮਜ਼ੋਰੀ ਤੇ ਸਮਾਜਿਕ ਬੁਰਾਈ ਅਤੇ ਅਨਾਚਾਰ ਨੇ ਵੀ ਇਸਲਾਮ ਦੇ ਪ੍ਰਚਾਰ ਦਾ ਰਾਹ ਬਹੁਤ ਮੋਕਲਾ ਕਰ ਦਿੱਤਾ। ਇਸਲਾਮ ਦੇ ਵਧੇਰੇ ਫੈਲਦੇ ਜਾਣ ਦਾ ਤੀਜਾ ਮਹੱਤਵ ਭਰਿਆ ਕਾਰਨ ਸੀ ਇਸਲਾਮ ਦੇ ਸੰਤਾਂ ਪੀਰਾਂ ਫਕੀਰਾਂ ਦਾ ਦਿਲ ਖਿੱਚਵਾਂ ਪ੍ਰਚਾਰ ਢੰਗ। ਸੂਫੀਆਂ ਦੇ ਅੱਡ-ਅੱਡ ਸਿਲਸਿਲਿਆਂ ਦੀ ਗੱਲ ਪਿੱਛੇ ਕੀਤੀ ਜਾ ਚੁੱਕੀ ਹੈ। ਸੋਹਰਾਵਰਦੀ, ਚਿਸ਼ਤੀ ਅਤੇ ਨਕਸ਼ਬੰਦੀ ਸਿਲਸਿਲਿਆਂ ਦੀ ਕਾਫੀ ਚਰਚਾ ਪਿੱਛੇ ਕੀਤੀ ਜਾ ਚੁੱਕੀ ਹੈ। ਇੱਥੇ ਸਖੀ ਸਰਵਰ ਦੀ ਗੱਦੀ ਦੇ ਸਰਬ-ਵਿਆਪੀ ਅਸਰਾਂ ਬਾਰੇ ਕੁਝ ਗੱਲ ਕਰਨੀ ਉਚਿਤ ਰਹੇਗੀ। ਤਰਨਤਾਰਨ ਸ਼ਹਿਰ ਤੋਂ 5 ਮੀਲਾਂ ਦੀ ਦੂਰੀ ਤੇ ਪੂਰਬ ਵਾਲੇ ਪਾਸੇ ਪਿੰਡ ਪੱਖੋਕੇ ਦੇ ਨਾਲ ਦੀ ਲੱਗਦੀ ਧਰਤੀ ਉੱਤੇ ਇਹ ਗੱਦੀ ਹੈ। ਇਹ ਸ਼ੇਖ ਫਤਿਹ ਦੀ ਗੱਦੀ ਹੈ ਜੋ ਸਖੀ ਸਰਵਰ ਦੀ ਗੱਦੀ ਕਰਕੇ ਮਸ਼ਹੂਰ ਸੀ। ਸਖੀ ਸਰਵਰ ਦੇ ਪ੍ਰਚਾਰ ਦਾ ਅਸਰ ਪੰਜਾਬ ਦੇ ਸਭ ਇਲਾਕਿਆਂ ਵਿੱਚ ਸੀ। ਕੀ ਮਾਝਾ, ਕੀ ਮਾਲਵਾ ਤੇ ਕੀ ਦੁਆਬਾ, ਕੋਈ ਵੀ ਇਸ ਤਰ੍ਹਾਂ ਦੇ ਅਸਰਾਂ ਤੋਂ ਬਚਿਆ ਹੋਇਆ ਨਹੀਂ ਸੀ। ਇਸ ਗੱਦੀ ਵਾਲਿਆਂ ਦਾ ਪ੍ਰਚਾਰ ਟੈਕਨੀਕ ਵੀ ਬੜੀ ਲਾਜਵਾਬ ਸੀ। ਇਹਨਾਂ ਨੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਲਈ ਯਕ-ਲਖਤ ਤੇ ਤਿੱਖੇ ਢੰਗ ਅਪਣਾਉਣ ਦੀ ਥਾਵੇਂ ਵਿਚਕਾਰਲਾ ਰਸਤਾ ਅਪਣਾਇਆ। ਇਹ ਸਭ ਤੋਂ ਪਹਿਲਾਂ ਹਿੰਦੂਆਂ ਨੂੰ ਸ਼ੇਖ ਫਤਿਹ ਦਾ ਸ਼ਰਧਾਲੂ ਬਣਾਉਂਦੇ ਸਨ। ਲਗਾਤਾਰ ਪ੍ਰਚਾਰ ਦਾ ਇਹ ਅਸਰ ਹੋਇਆ ਕਿ ਹਿੰਦੂ ਫਤਿਹ ਨੂੰ ਬਹੁਤ ਵੱਡਾ ਮਹਾਂਪੁਰਖ ਕਰਕੇ ਜਾਣਨ ਲੱਗੇ। ਸਰਵਰੀਏ ਫਕੀਰ ਹਿੰਦੂਆਂ ਯਕ-ਲਖਤ ਤੌਰ ਤੇ ਹਿੰਦੂ ਦਿਨ ਤਿਉਹਾਰ ਛੱਡਣ ਲਈ ਕਦੇ ਵੀ ਨਹੀਂ ਕਹਿੰਦੇ ਸਨ। ਹਿੰਦੂ ਦਿਨ ਤਿਉਹਾਰਾਂ ਦੇ ਸਮੇਂ ਸਰਵਰੀਏ ਸ਼ਰਧਾਲੂ ਬ੍ਰਾਹਮਣ ਨੂੰ ਵੀ ਪੂਜ ਆਉਂਦੇ ਸਨ ਤੇ ਉਸ ਨੂੰ ਦਾਨ ਆਦਿਕ ਵੀ ਦੇ ਦਿੰਦੇ ਸਨ। ਨਾਲੋਂ ਨਾਲ ਹਰ ਜੁਮੇ ਰਾਤ ਨੂੰ ਭੁੰਜੇ ਸੌਂ ਕੇ ਅਤੇ ਅਨਾਜ ਅਤੇ ਦੁੱਧ ਦੀ ਖੀਰ ਸ਼ੇਖ ਫਤਿਹ ਦੀ ਗੱਦੀ ਤੇ ਵੀ ਚੜਾ ਦਿੰਦੇ ਸਨ। ਦਰਅਸਲ ਹਿੰਦੂ ਧਰਮ ਤੋਂ ਮੁਸਲਮਾਨ ਬਣਨ ਦਾ ਅੱਧਾ ਕੰਮ ਸਰਵਰੀਏ ਬਣਨ ਤੱਕ ਪੂਰਾ ਹੋ ਜਾਂਦਾ ਸੀ। ਜਿਵੇਂ ਕਿ ਉੱਪਰ ਦੱਸਿਆ ਜਾ ਚੁੱਕਾ ਹੈ ਕਿ ਇਹ ਗੱਦੀ ਮਾਝੇ ਦੇ ਐਨ ਵਿਚਕਾਰ ਤਰਨਤਾਰਨ ਦੇ ਲਾਗੇ ਹੀ ਸੀ। ਨੀਵੀਆਂ ਜ਼ਾਤਾਂ ਦੇ ਲੋਕ ਤਾਂ ਉਂਝ ਹੀ ਇਹਨਾਂ ਦਾ ਸ਼ਰਧਾਲੂ ਬਣ ਗਏ ਸਨ। ਦਰਿਆ ਚਨਾਬ ਤੋਂ ਪੱਛਮ ਵਾਲੇ ਸਾਰੇ ਇਲਾਕੇ ਦੇ ਲਗਭਗ ਸਭ ਹਿੰਦੂ ਜੱਟ ਗੁਰੂ ਪਾਤਸ਼ਾਹ ਦੇ ਸਮੇਂ ਤੱਕ ਮੁਸਲਮਾਨ ਬਣ ਚੁੱਕੇ ਸਨ। ਰਾਵੀ ਅਤੇ ਚਨਾਬ ਦੇ ਵਿਚਕਾਰਲਾ
ਦੁਆਬਾ ਵੀ ਇਸਲਾਮੀ ਮਤ ਨੂੰ ਬਹੁਤ ਹੱਦ ਤੱਕ ਕਬੂਲ ਚੁੱਕਾ ਸੀ। ਰਾਵੀ ਅਤੇ ਬਿਆਸ ਵਿਚਕਾਰਲੇ ਦੁਆਬੇ ਵਿੱਚ ਇਸਲਾਮ ਮਤ ਦਾ ਅਜੇ ਇਤਨਾ ਡੂੰਘਾ ਅਸਰ ਨਹੀਂ ਸੀ ਪਿਆ। ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੱਟਾਂ ਦੇ ਜਿਹੜੇ ਖਾਨਦਾਨ ਅਜੇ ਤੱਕ ਇਸਲਾਮੀ ਮਤ ਵਿੱਚ ਪੂਰੀ ਤਰ੍ਹਾਂ ਦਾਖਲ ਨਹੀਂ ਸੀ ਹੋਏ, ਉਹ ਵੀ ਉਪਰੋਕਤ ਗੱਦੀ ਦੇ ਪ੍ਰਭਾਵ ਹੇਠ ਵਿਚਾਰਧਾਰਾ ਅਤੇ ਭਾਈਚਾਰੇ ਦੇ ਤੌਰ ਤੇ ਅੱਧੇ ਮੁਸਲਮਾਨ ਜ਼ਰੂਰ ਬਣ ਚੁੱਕੇ ਸਨ। ਸਰਵਰੀਆਂ ਦੀ ਗੱਦੀ ਦੇ ਇਸ ਸਰਬ ਵਿਆਪਕ ਪ੍ਰਭਾਵ ਨੂੰ ਠੱਲ ਪਾਉਣ ਲਈ ਹੀ ਸਿੱਖੀ ਦਾ ਕੇਂਦਰ ਪਹਿਲਾਂ ਕਰਤਾਰਪੁਰ ਤੋਂ ਖਡੂਰ ਵਿਖੇ ਤਬਦੀਲ ਕੀਤਾ ਗਿਆ ਸੀ। ਅੰਮ੍ਰਿਤਸਰ ਅਤੇ ਤਰਨਤਾਰਨ ਦੇ ਵੱਡੇ ਕੇਂਦਰ ਸਥਾਪਿਤ ਕਰਨ ਦਾ ਮੂਲ ਕਾਰਨ ਵੀ ਸਿੱਖੀ ਪ੍ਰਚਾਰ ਦੇ ਹੜ੍ਹ ਨਾਲ ਸਰਵਰੀਆਂ ਦੀ ਬਣ ਚੁੱਕੀ ਭਲ ਨੂੰ ਖਤਮ ਕਰਨਾ ਹੀ ਸੀ। ਗੁਰੂ ਅਮਰਦਾਸ ਜੀ ਦੇ ਸਮੇਂ ਕੁਝ ਕਾਲ ਲਈ ਜੋ ਵਿਰੋਧ ਸਥਾਨਕ ਆਬਾਦੀ ਵੱਲੋਂ ਹੁੰਦਾ ਰਿਹਾ, ਉਸ ਪਿੱਛੇ ਵੀ ਸਰਵਰੀਆਂ ਦੀ ਗੱਦੀ ਦੀ ਚੁੱਕਣਾ ਹੀ ਸੀ। ਦਰ ਹਕੀਕਤ ਸਿੱਖੀ ਪ੍ਰਚਾਰ ਦਾ ਤਰਨਤਾਰਨ ਵਾਲਾ ਕੇਂਦਰ ਸਰਵਰੀਆਂ ਨੂੰ ਬਹੁਤ ਚੁੱਭ ਰਿਹਾ ਸੀ, ਕਿਉਂਕਿ ਇਸ ਕੇਂਦਰ ਦੇ ਅਤ ਪ੍ਰਭਾਵਸ਼ਾਲੀ ਪ੍ਰਚਾਰ ਢੰਗ ਨੇ ਬੇਸ਼ੁਮਾਰ ਸਰਵਰੀਆਂ ਨੂੰ ਸਿੱਖੀ ਦਾ ਸ਼ਰਧਾਲੂ ਹੀ ਨਾ ਬਣਾ ਦਿੱਤਾ, ਬਲਕਿ ਉਹਨਾਂ ਵਿੱਚੋਂ ਕਈਆਂ ਨੂੰ ਸਿੱਖ ਮਤ ਦੇ ਮਹਾਨ ਪ੍ਰਚਾਰਕ ਬਣਨ ਉੱਤੇ ਮਜਬੂਰ ਕਰ ਦਿੱਤਾ। ਭਾਈ ਮੰਝ ਅਤੇ ਭਾਈ ਬਹਿਲੋ ਸਿੱਖੀ ਦੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇ ਮਹਾਨ ਸਿੱਖ ਪ੍ਰਚਾਰਕ ਹੋਏ ਹਨ, ਜਿਨ੍ਹਾਂ ਨੇ ਸਖੀ ਸਰਵਰ ਦੀ ਗੱਦੀ ਨਾਲੋਂ ਸਦਾ ਲਈ ਨਾਤਾ ਤੋੜ ਲਿਆ ਸੀ। ਸਰਵਰੀਏ ਫਕੀਰ ਇਹ ਗੱਲ ਚੰਗੀ ਤਰ੍ਹਾਂ ਸਮਝ ਚੁੱਕੇ ਸਨ ਕਿ ਉਹ ਗੁਰੂ ਨਾਨਕ ਦੀ ਗੱਦੀ ਦਾ ਟਾਕਰਾ ਕਿਸੇ ਜਾਇਜ਼ ਢੰਗ ਨਾਲ ਹੁਣ ਨਹੀਂ ਕਰ ਸਕਣਗੇ। ਉਹ ਹੋਸ਼ੇ ਹਥਿਆਰਾਂ ਉੱਤੇ ਉਤਰ ਆਏ। ਸਰਵਰੀਏ ਫਕੀਰਾਂ ਨੇ ਆਪਣੇ ਸ਼ਰਧਾਲੂਆਂ ਵਿੱਚ, ਖਾਸ ਕਰਕੇ ਹਿੰਦੂ ਜੱਟਾਂ ਵਿੱਚ ਸਿੱਖੀ ਵਿਰੁੱਧ ਜ਼ਹਿਰੀਲਾ ਪ੍ਰਚਾਰ ਕੀਤਾ। ਉਹ ਆਪਣੇ ਕਿਸੇ ਵੀ ਮੁਰੀਦ ਨੂੰ ਕਿਸੇ ਵੀ ਸਿੱਖ ਰਸਮ ਨਾਲ ਕੋਈ ਸਬੰਧ ਨਹੀਂ ਸਨ ਰੱਖਣ ਦਿੰਦੇ। ਸਿੱਖ ਮਤ ਨੂੰ ਵੀ ਗੁਰੂ ਅਰਜਨ ਦੇਵ ਜੀ ਨੇ ਮਿਲਗੋਭਾ ਸ਼ਕਲ ਅਖਤਿਆਰ ਨਾ ਕਰਨ ਦਿੱਤੀ। ਜਦੋਂ ਵੀ ਕੋਈ ਸਰਵਰੀਆ ਸਿੱਖੀ ਧਾਰਨ ਕਰਨਾ ਚਾਹੁੰਦਾ ਤਾਂ ਉਸ ਲਈ ਲਾਜ਼ਮੀ ਸੀ ਉਹ ਪਹਿਲਾਂ ਆਪਣੇ ਘਰੋਂ ਪੀਰਖਾਨਾ ਚੁਕਵਾਏ ਅਤੇ ਨਗਾਹੇ ਦੀ ਪੂਜਾ ਸਦਾ ਲਈ ਛੱਡ ਦੇਵੇ। ਗੁਰੂ ਅਰਜਨ ਦੇਵ ਜੀ ਨੇ ਸ਼ਹਿਰ ਤਰਨਤਾਰਨ ਅਤੇ ਇਸ ਦੇ ਸਰੋਵਰ ਦੀ ਨੀਂਹ ਸੰਨ 1590 ਵਿੱਚ ਰੱਖੀ ਸੀ। ਜਦ ਦੂਰ ਬੈਠੇ ਅੰਮ੍ਰਿਤਸਰ ਹੋਣ ਵਾਲੇ ਸਿੱਖੀ ਦੇ ਪ੍ਰਚਾਰ ਦੀ ਤਾਬ ਹੀ ਇਹ ਸਰਵਰੀਏ ਨਹੀਂ ਸਨ ਝੱਲ ਸਕੇ, ਤਾਂ ਇਹ ਗੱਲ ਕੁਦਰਤੀ ਹੀ ਸੀ ਕਿ ਉਹ ਤਰਨਤਾਰਨ ਦੇ ਸਿੱਖੀ ਪ੍ਰਚਾਰ ਕੇਂਦਰ ਨੂੰ ਆਪਣੇ ਲਈ ਇੱਕ ਬੜਾ ਵੱਡਾ ਖਤਰਾ ਅਨੁਭਵ ਕਰਦੇ। ਤਰਨਤਾਰਨ ਦਾ ਸਰੋਵਰ ਪੱਕਾ ਕਰਨ ਸਮੇਂ ਸਰਵਰੀਆਂ ਦੀ ਇਹ ਵਿਰੋਧਤਾ ਹੋਰ ਉਗੜ ਕੇ ਸਾਹਮਣੇ ਆ ਗਈ। ਇਹਨਾਂ ਦੁਸ਼ਟਾਂ ਦੀ ਚੁੱਕਣਾ ਉੱਤੇ ਇਲਾਕੇ ਦੇ ਹਾਕਮ ਨੂਰਦੀਨ ਦੇ ਪੁੱਤਰ ਅਮੀਰਦੀਨ ਨੇ ਗੁਰੂ ਅਰਜਨ ਦੇਵ ਜੀ ਦੀ ਸੰਗਤ ਵੱਲੋਂ ਪਕਾਏ ਗਏ ਇੱਟਾਂ ਦੇ ਆਵਿਆਂ ਤੋਂ ਬਦੋ-ਬਦੀ ਇੱਟਾਂ ਚਕਵਾ ਲਈਆਂ। ਇਤਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਸਿੱਖੀ ਪ੍ਰਚਾਰ ਦੀ ਰਫ਼ਤਾਰ ਨੂੰ ਮੱਠਾ ਨਾ ਕੀਤਾ ਜਾ ਸਕਿਆ। ਇੱਥੇ ਇਹ ਗੱਲ ਵੀ ਜਾਣ ਲੈਣੀ ਚਾਹੀਦੀ ਹੈ ਕਿ ਸੰਨ 1774-75 ਦੇ ਨੇੜੇ ਸਰਦਾਰ ਬੁੱਧ ਸਿੰਘ ਫੈਜ਼ਲਾਪੁਰੀਏ ਦੀ ਅਗਵਾਈ ਹੇਠ ਸਿੰਘਾਂ ਨੇ ਅਮੀਰਦੀਨ ਦੀ ਸਾਰੀ ਹਵੇਲੀ ਢਾਹ ਕੇ ਉਹ ਸਭ ਇੱਟਾਂ ਵਾਪਸ ਲੈ ਆਂਦੀਆਂ ਅਤੇ ਤਰਨਤਾਰਨ ਦੇ ਸਰੋਵਰ ਸਾਹਿਬ ਉੱਤੇ ਲਗਾ ਦਿੱਤੀਆਂ ਸਨ। ਉਪਰੋਕਤ ਸਾਰੇ ਬਿਆਨ ਤੋਂ ਇਹ ਗੱਲ ਭਲੀ ਭਾਂਤ ਸਪਸ਼ਟ ਹੋ ਜਾਂਦੀ ਹੈ ਕਿ ਗੁਰੂ ਅਰਜਨ ਪਾਤਸ਼ਾਹ ਅਤੇ ਉਹਨਾਂ ਦੀ ਸਿੱਖ ਲਹਿਰ ਦਾ ਭਰਵਾਂ ਵਿਰੋਧ ਸਰਵਰੀਆਂ ਵੱਲੋਂ ਹੁੰਦਾ ਰਿਹਾ, ਪਰ ਉਹ ਸਿੱਖੀ ਦੀ ਤਾਬ ਨਾ ਝੱਲ ਸਕੇ ਅਤੇ ਮਾਝੇ ਵਿੱਚ ਹੀ ਰਹੇ। ਮਾਲਵੇ ਅਤੇ ਦੁਆਬੇ ਵਿੱਚ ਵੀ ਗੁਰੂ ਪਾਤਸ਼ਾਹ ਦੇ ਸਿਧਾਂਤਾਂ ਦਾ ਟਾਕਰਾ ਨਾ ਕਰ ਸਕੇ। ਹਰ ਪਾਸੇ ਗੁਰੂ ਨਾਨਕ ਦੇ ਸਰਬ ਉੱਚ ਮਤ ਦਾ ਝੰਡਾ ਬੁਲੰਦ ਹੋਣ ਲੱਗਾ। ਇਹੋ ਜਿਹੇ ਤਿੱਖੇ ਵਿਰੋਧੀਆਂ ਦੀ ਮੌਜੂਦਗੀ ਵਿੱਚ ਸਿੱਖੀ ਪ੍ਰਚਾਰ ਕਰਨਾ ਅਤੇ ਸਿੱਖੀ ਸ਼ਾਨ ਨੂੰ ਚਾਰ ਚੰਨ ਲਾਉਣੇ
ਕੋਈ ਸੌਖਾ ਕੰਮ ਨਹੀਂ ਸੀ ਅਤੇ ਗੁਰੂ ਪਾਤਸ਼ਾਹ ਤੋਂ ਬਿਨਾਂ ਇਸ ਕੰਮ ਨੂੰ ਹੋਰ ਕੋਈ ਸਰੰਜਾਮ ਨਹੀਂ ਦੇ ਸਕਦਾ ਸੀ। ਪੁਸਤਕ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਲੇਖਕ ਸਰਦਾਰ ਮਹਿੰਦਰ ਸਿੰਘ ਜੋਸ਼, ਭਾਗ ਦੂਜਾ, ਆਵਾਜ਼ ਸੰਦੀਪ ਸਿੰਘ ਖਾਲੜਾ। ਬਾਕੀ ਅਗਲੇ ਭਾਗ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।